A very good morning to the students of 11th class. Here your general English teacher Ms. Paramveer Kaur. Yesterday and the day before yesterday we have started the concept of grammar, that was determiner, and we have done its first type, that was article a, an and the. I hope you have understood the uses of a and the. For today we are going to start with the second type of determiner, which is known as, or which are called, possessives or possessive determiners. Now, the word possessive means something in possession. Possession means ਜਿਹੜੀ ਚੀਜ਼ ਤੇ ਤੁਹਾਡਾ possession ਹੋਵੇ, ਹੱਕ ਹੁੰਦਾ, ਉਹਨੂੰ ਆਪਾਂ ਕਹਿ ਦਿੰਦੇ ਹਾਂ possessives or possessive determiners. ਚਲੋ ਆਪਾਂ ਇਹਨੂੰ ਰੀਡ ਕਰਦੇ ਹਾਂ. These determiners are the pronouns of possessive case. ਕਹਿੰਦੇ ਇਹ ਜਿਹੜੇ determiner ਆ ਇਹ pronoun ਹੁੰਦੇ ਆ possessive case ਦੇ ਵਿੱਚ. ਓਕੇ, ਚਲੋ ਅੱਗੇ ਡੀਪਲੀ ਕਰਾਂਗੇ. In English, possessive pronouns and adjectives are two different ways to show possession. ਕਹਿੰਦੇ ਇੰਗਲਿਸ਼ ਦੇ ਵਿੱਚ ਦੋ ਤਰੀਕੇ ਦੇ ਨਾਲ ਆਪਾਂ ਪੋਜੈਸ਼ਨ ਸ਼ੋ ਕਰ ਸਕਦੇ ਹਾਂ. ਨੰਬਰ 1 ਇਜ਼ ਪੋਜੈਸਿਵ ਪ੍ਰੋਨਾਊਨ, ਕਿ ਪੋਜੈਸਿਵ ਪ੍ਰੋਨਾਊਨ ਇੱਕ ਕੈਟੇਗਰੀ ਹੋ ਗਈ, ਐਂਡ ਪੋਜੈਸਿਵ ਐਡਜੈਕਟਿਵਸ ਇਹ ਦੂਸਰੀ ਕੈਟੇਗਰੀ ਹੋ ਗਈ, ਜਿਹਦੇ ਨਾਲ ਆਪਾਂ ਆਪਦਾ ਪੋਜੈਸ਼ਨ ਕਿਸੇ ਚੀਜ਼ ਦੇ ਉੱਪਰ, ਕਿਸੇ ਪਰਸਨ ਦੇ ਉੱਪਰ, ਕਿਸੇ ਵੀ ਚੀਜ਼ ਦੇ ਵੱਲ ਸ਼ੋ ਕਰਦੇ ਹਾਂ. ਪੋਜੈਸਿਵ ਐਡਜੈਕਟਿਵਸ ਗੋ ਬਿਫੋਰ ਦੀ ਨਾਊਨ. ਇੱਥੋਂ ਧਿਆਨ ਨਾਲ ਸੁਣਨ ਵਾਲਾ ਵਾ, ਜਿਹੜੀਆਂ ਦੋ ਕੈਟੇਗਰੀਜ਼ ਆ, ਪਹਿਲੀ ਕੈਟੇਗਰੀ ਕੀ ਆ, ਪੋਜੈਸਿਵ ਪ੍ਰੋਨਾਊਨ, ਸੈਕਿੰਡ ਹੈ ਪੋਜੈਸਿਵ ਐਡਜੈਕਟਿਵਸ. ਠੀਕ ਹੈ, ਹੁਣ ਕਹਿੰਦੇ ਜਿਹੜਾ ਪੋਜੈਸਿਵ ਐਡਜੈਕਟਿਵਸ ਆ ਦੈਟ ਗੋ ਬਿਫੋਰ ਦੀ ਨਾਊਨ, ਉਹ ਹਮੇਸ਼ਾ ਨਾਊਨ ਤੋਂ ਪਹਿਲਾਂ ਯੂਜ਼ ਹੁੰਦਾ. ਕੀ ਯੂਜ਼ ਹੁੰਦਾ ਵਾ? ਪੋਜੈਸਿਵ ਐਡਜੈਕਟਿਵ ਆਪਾਂ ਹਮੇਸ਼ਾ ਨਾਊਨ ਤੋਂ ਪਹਿਲਾਂ ਯੂਜ਼ ਕਰਦੇ ਹਾਂ. ਐਂਡ ਪੋਜੈਸਿਵ ਪ੍ਰੋਨਾਊਨ ਵਿਚ ਇਜ਼ ਅ ਸੈਕਿੰਡ ਕੈਟੇਗਰੀ. ਹੁਣ ਜਿਹੜਾ ਪੋਜੈਸਿਵ ਪ੍ਰੋਨਾਊਨ ਆ ਗੋ ਆਫਟਰ ਦੀ ਨਾਊਨ, ਉਹ ਕੀ ਆ, ਨਾਊਨ ਤੋਂ ਬਾਅਦ ਯੂਜ਼ ਹੁੰਦਾ. ਸੋ ਜਿਹੜਾ ਪੋਜੈਸਿਵ ਐਡਜੈਕਟਿਵ ਆ ਉਹ ਨਾਊਨ ਤੋਂ ਪਹਿਲਾਂ ਯੂਜ਼ ਹੁੰਦਾ, ਅਤੇ ਪੋਜੈਸਿਵ ਪ੍ਰੋਨਾਊਨ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਹੁੰਦਾ. ਲੈਟ ਅਸ ਸੀ ਵੀ ਆ ਐਨ ਐਗਜ਼ਾਮਪਲ. ਚਲੋ ਹੁਣ ਇੱਕ ਐਗਜ਼ਾਮਪਲ ਦੁਆਰਾ ਆਪਾਂ ਇਹਨੂੰ ਦੇਖਦੇ ਹਾਂ. ਹਾਂਜੀ, ਆ ਦੇਖੋ, ਹੇਅਰ ਇਜ਼ ਅ ਲਿਸਟ ਆਫ ਪੋਜੈਸਿਵ ਐਡਜੈਕਟਿਵਸ. ਕਹਿੰਦੇ ਇੱਥੇ ਇੱਕ ਲਿਸਟ ਆ ਪੋਜੈਸਿਵ ਐਡਜੈਕਟਿਵਸ ਦੀ ਐਂਡ ਪੋਜੈਸਿਵ ਪ੍ਰੋਨਾਊਨਸ ਦੀ. ਚਲੋ ਆਪਾਂ ਕਰਦੇ ਹਾਂ. ਪਹਿਲਾਂ ਕੀ ਦਿੱਤਾ ਹੋਇਆ ਵਾ ਉਹਨਾਂ ਨੇ? ਪੋਜੈਸਿਵ ਐਡਜੈਕਟਿਵਸ. ਫਿਰ ਕੀ ਦਿੱਤਾ ਹੋਇਆ ਵਾ? ਪੋਜੈਸਿਵ ਪ੍ਰੋਨਾਊਨਸ. ਠੀਕ ਹੈ, ਦੇਖੋ ਮਾਈ ਕੀ ਹੈ? ਐਡਜੈਕਟਿਵ, ਅਤੇ ਮਾਈਨ ਕੀ ਆ ਗਿਆ? ਪੋਜੈਸਿਵ ਪ੍ਰੋਨਾਊਨ. ਯੋਰ ਕੀ ਆ ਗਿਆ ਆਪਣੇ ਕੋਲੇ? ਪੋਜੈਸਿਵ ਐਡਜੈਕਟਿਵ, ਅਤੇ ਯੋਰਸ ਕੀ ਆ ਗਿਆ ਆਪਣੇ ਕੋਲੇ? ਪੋਜੈਸਿਵ ਪ੍ਰੋਨਾਊਨਸ. ਹਿਜ਼ ਕੀ ਆ ਗਿਆ? ਪੋਜੈਸਿਵ ਐਡਜੈਕਟਿਵ. ਇਸੇ ਤਰ੍ਹਾਂ ਹਿਜ਼ ਕੀ ਆ ਗਿਆ? ਇਹ ਦੋਵੇਂ ਆ ਪੋਜੈਸਿਵ ਪ੍ਰੋਨਾਊਨਸ. ਹਰ ਕੀ ਆ ਗਿਆ? ਪੋਜੈਸਿਵ ਐਡਜੈਕਟਿਵਸ, ਐਂਡ ਹਰਸ ਕੀ ਆ ਗਿਆ? ਪੋਜੈਸਿਵ ਪ੍ਰੋਨਾਊਨਸ. ਅੱਛਾ, ਇਸ ਤਰ੍ਹਾਂ ਸੋ ਔਨ ਜਿਹੜਾ ਸਾਰਾ ਇਹ ਚੱਲੀ ਜਾਣਾ. ਹੁਣ ਦੇਖਦੇ ਹਾਂ ਆਪਾਂ ਇੱਕ ਐਗਜ਼ਾਮਪਲ. ਦਿਸ ਇਜ਼ ਮਾਈ ਬੁੱਕ. ਓਕੇ, ਇਹਦੇ ਵਿੱਚ ਮਾਈ 'ਤੇ ਫੋਕਸ ਕੀਤਾ ਹੋਇਆ. ਸੈਕਿੰਡ, ਦਿਸ ਬੁੱਕ ਇਜ਼ ਮਾਈਨ. ਦੇਖੋ ਹੁਣ ਪੋਜੈਸਿਵ ਐਡਜੈਕਟਿਵ ਕੀ ਸੀਗਾ ਕਿ ਜਿਹੜਾ ਨਾਊਨ ਤੋਂ ਪਹਿਲਾਂ ਯੂਜ਼ ਹੁੰਦਾ. ਪਹਿਲੀ ਐਗਜ਼ਾਮਪਲ ਦੇਖੋ, ਦਿਸ ਇਜ਼ ਮਾਈ ਬੁੱਕ. ਸੋ ਮਾਈ ਕੀ ਆ ਗਿਆ ਰਾਜੇ ਇੱਥੇ? ਪੋਜੈਸਿਵ ਐਡਜੈਕਟਿਵ, ਅਤੇ ਬੁੱਕ ਕੀ ਆ ਗਿਆ? ਨਾਊਨ. ਸੋ ਇਸ ਤਰ੍ਹਾਂ ਐਡਜੈਕਟਿਵ ਨੂੰ ਆਪਾਂ ਨਾਊਨ ਤੋਂ ਪਹਿਲਾਂ ਯੂਜ਼ ਕੀਤਾ. ਸੈਕਿੰਡ ਐਗਜ਼ਾਮਪਲ ਦੇਖੋ, ਦਿਸ ਬੁੱਕ ਇਜ਼ ਮਾਈਨ. ਹੁਣ ਬੁੱਕ ਕੀ ਆ ਗਿਆ ਆਪਣੇ ਕੋਲੇ? ਨਾਊਨ. ਇਜ਼ ਕੀ ਆ ਗਿਆ? ਹੈਲਪਿੰਗ ਵਰਬ, ਅਤੇ ਮਾਈਨ ਕੀ ਆ ਗਿਆ ਆਪਣੇ ਕੋਲੇ? ਪੋਜੈਸਿਵ ਪ੍ਰੋਨਾਊਨ. ਕਲੀਅਰ ਹੋਇਆ ਕਿ ਜਿਹੜਾ ਪੋਜੈਸਿਵ ਐਡਜੈਕਟਿਵ ਆ ਜਿਵੇਂ ਮਾਈ ਬੁੱਕ, ਉਹ ਕੀ ਆ? ਨਾਊਨ ਤੋਂ, ਮਤਲਬ ਬੁੱਕ ਤੋਂ ਪਹਿਲਾਂ ਯੂਜ਼ ਹੋਊਗਾ. ਠੀਕ ਹੈ, ਅਤੇ ਪੋਜੈਸਿਵ ਪ੍ਰੋਨਾਊਨ ਕੀ ਆ? ਜਿਹੜਾ ਨਾਊਨ ਤੋਂ ਬਾਅਦ ਵਿੱਚ ਯੂਜ਼ ਹੋ, ਜਿਵੇਂ ਕਿ ਦਿਸ ਬੁੱਕ ਇਜ਼ ਮਾਈਨ. ਫਿਰ ਦੇਖਦੇ ਹਾਂ ਸੈਕਿੰਡ ਐਗਜ਼ਾਮਪਲ ਨੈਕਸਟ. ਇਜ਼ ਦੈਟ ਯੋਰ ਕੈਪ. ਹੁਣ ਯੋਰ ਕੀ ਆ ਗਿਆ ਆਪਣੇ ਕੋਲੇ? ਪੋਜੈਸਿਵ ਐਡਜੈਕਟਿਵ, ਅਤੇ ਕੈਪ ਕੀ ਆ ਗਿਆ ਆਪਣੇ ਕੋਲੇ? ਨਾਊਨ. ਠੀਕ ਹੈ, ਇਸੇ ਤਰ੍ਹਾਂ ਆਪਾਂ ਐਡਜੈਕਟਿਵ ਨੂੰ ਐਡਜੈਕਟਿਵ ਨੂੰ ਆਪਾਂ ਨਾਊਨ ਤੋਂ ਪਹਿਲਾਂ ਯੂਜ਼ ਕੀਤਾ. ਨੈਕਸਟ, ਇਜ਼ ਦੈਟ ਕੈਪ ਯੋਰਸ. ਹੁਣ ਕੈਪ ਕੀ ਆ ਗਿਆ ਆਪਣੇ ਕੋਲੇ? ਨਾਊਨ, ਅਤੇ ਯੋਰਸ ਕੀ ਆ ਗਿਆ ਆਪਣੇ ਕੋਲੇ? ਪੋਜੈਸਿਵ ਪ੍ਰੋਨਾਊਨ. ਇਸ ਤਰ੍ਹਾਂ ਆਪਾਂ ਜਿਹੜਾ ਪ੍ਰੋਨਾਊਨ ਆ ਉਸ ਨੂੰ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਕੀਤਾ. ਸੋ ਤੁਹਾਨੂੰ ਕਲੀਅਰ ਹੋਇਆ ਕਿ ਜਿਹੜਾ ਪੋਜੈਸਿਵ ਐਡਜੈਕਟਿਵ ਆ ਉਹ ਆਪਾਂ ਨਾਊਨ ਤੋਂ ਪਹਿਲਾਂ ਯੂਜ਼ ਕਰਦੇ ਹਾਂ, ਜਿਵੇਂ ਕਿ ਮਾਈ ਬੁੱਕ ਹੋ ਗਿਆ, ਯੋਰ ਕੈਪ ਹੋ ਗਿਆ. ਠੀਕ ਹੈ, ਅਤੇ ਜਿਹੜੇ ਪੋਜੈਸਿਵ ਪ੍ਰੋਨਾਊਨਸ ਆ ਉਹ ਆਪਾਂ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਕਰਦੇ ਹਾਂ, ਜਿਵੇਂ ਬੁੱਕ ਇਜ਼ ਮਾਈਨ, ਕੈਪ ਯੋਰਸ. ਆਲ ਰਾਈਟ,
ਨੈਕਸਟ ਦੇਖਦੇ ਹਾਂ ਦੀ ਸਟਰਕਚਰ ਫॉर ਪੋਜੈਸਿਵ ਪ੍ਰੋਨਾਊਨ। ਹੁਣ ਜਿਹੜਾ ਕਹਿੰਦੇ ਪੋਜੈਸਿਵ ਪ੍ਰੋਨਾਊਨ ਆ ਮਤਲਬ ਜਿਹੜਾ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਹੁੰਦਾ ਵਾ ਸ਼ਬਦ, ਉਹਦਾ ਕੀ ਸਟਰਕਚਰ ਆ। ਨੰਬਰ 1 ਉਹਦੇ ਵਿੱਚ ਨਾਊਨ ਆਊਗਾ ਪਲੱਸ ਪੋਜੈਸਿਵ ਪ੍ਰੋਨਾਊਨ। ਸੇਮ ਆ ਗਿਆ ਕਿ ਪਹਿਲਾਂ ਨਾਊਨ ਆਊਗਾ ਉਸ ਤੋਂ ਪਿੱਛੇ ਕੀ ਆਊਗਾ ਪੋਜੈਸਿਵ ਪ੍ਰੋਨਾਊਨ। ਦੇਖੋ ਆਹ ਐਗਜ਼ਾਮਪਲਸ ਦੇ ਵਿੱਚ ਸਾਰਾ ਐਕਸਪਲੇਨ ਕੀਤਾ ਹੋਇਆ। ਦਿਸ ਕਾਰ ਇਜ਼ ਮਾਈਨ, ਦਿਸ ਡੌਗ ਇਜ਼ ਦੇਅਰਸ, ਦ ਹਾਊਸ ਇਜ਼ ਆਰਸ। ਹੁਣ ਜਿਹੜਾ ਪਹਿਲੀ ਐਗਜ਼ਾਮਪਲ ਆ ਕਾਰ, ਉਹ ਕੀ ਆ ਗਿਆ ਆਪਣੇ ਕੋਲੇ ਨਾਊਨ, ਤੇ ਮਾਈਨ ਕੀ ਆ ਗਿਆ ਰਾਜੇ ਆਪਣੇ ਕੋਲੇ ਪੋਜੈਸਿਵ ਪ੍ਰੋਨਾਊਨ। ਸੈਕਿੰਡ ਦਿਸ ਡੌਗ ਇਜ਼ ਦੇਅਰਸ, ਹੁਣ ਡੌਗ ਕੀ ਆ ਗਿਆ ਆਪਣੇ ਕੋਲੇ ਨਾਊਨ, ਤੇ ਦੇਅਰਸ ਕੀ ਆ ਗਿਆ ਆਪਣੇ ਕੋਲੇ ਪੋਜੈਸਿਵ ਪ੍ਰੋਨਾਊਨ। ਫਿਰ ਦੀ ਹਾਊਸ ਇਜ਼ ਆਰਟਸ, ਹਾਊਸ ਕੀ ਆ ਗਿਆ ਆਪਣੇ ਕੋਲੇ noun and arts ਕੀ ਆ ਗਿਆ ਆਪਣੇ ਕੋਲੇ possessive pronoun. So in all these examples it is shown that the possessive pronoun comes after the noun ਕਿ possessive pronoun noun ਤੋਂ ਬਾਅਦ ਦੇ ਵਿੱਚ use ਹੁੰਦਾ ਹੈ। ਜਿਵੇਂ ਕਿ ਦੇਖੋ noun ਕੀ ਆ car, dog, house, ਤੇ pronouns ਕੀ ਆ ਗਏ mine, their, ਆਰਟਸ। ਸੋ ਇਹ ਕਿੱਥੇ ਯੂਜ਼ ਹੋਇਆ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਹੋਇਆ। ਇਹ ਕੀ ਹੋ ਗਿਆ ਆਪਣੇ ਕੋਲੇ ਪੋਜੈਸਿਵ ਪ੍ਰੋਨਾਊਨ। ਇਹਦੇ ਤੋਂ ਕੀ ਕਲੀਅਰ ਹੁੰਦਾ ਕਿ ਜਿਹੜਾ ਪੋਜੈਸਿਵ ਪ੍ਰੋਨਾਊਨ ਆ ਉਹ ਹਮੇਸ਼ਾ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਹੋਵੇਗਾ। ਨੈਕਸਟ ਦੇਖਦੇ ਹਾਂ ਇਹ ਕੀ ਸੀਗਾ ਸਟਰਕਚਰ ਆਫ ਪੋਜੈਸਿਵ ਪ੍ਰੋਨਾਊਨ। ਹੁਣ ਆਪਾਂ ਦੇਖਦੇ ਹਾਂ ਨੈਕਸਟ ਦਾ ਸਟਰਕਚਰ ਆਫ ਪੋਜੈਸਿਵ ਐਡਜੈਕਟਿਵਸ ਕਿ ਜਿਹੜੇ ਪੋਜੈਸਿਵ ਐਡਜੈਕਟਿਵ ਆ। ਹੁਣ ਐਡਜੈਕਟਿਵ ਕੀ ਆ ਜਿਹੜਾ ਨਾਊਨ ਤੋਂ ਆਪਾਂ ਪਹਿਲਾਂ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਉਹਦਾ ਕੀ ਸਟਰਕਚਰ ਆ। ਨੰਬਰ 1 ਆਊਗਾ ਇਹਦੇ ਵਿੱਚ ਪੋਜੈਸਿਵ ਐਡਜੈਕਟਿਵਸ। ਇਹਦੇ ਵਿੱਚ ਪਹਿਲਾਂ ਕੀ ਆਊਗਾ ਪੋਜੈਸਿਵ ਐਡਜੈਕਟਿਵ ਯੂਜ਼ ਹੋਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਕੀ ਯੂਜ਼ ਹੋਊਗਾ ਰਾਜੇ ਨਾਊਨ ਯੂਜ਼ ਹੋਊਗਾ। ਦੇਖੋ ਯੋਰ ਪੈਨ ਇਜ਼ ਬਿਊਟੀਫੁਲ, ਦੇਅਰ ਮਦਰ ਇਜ਼ ਅ ਟੀਚਰ, ਹਿਜ਼ ਡੌਗ ਇਜ਼ ਕਿਊਟ। ਹੁਣ ਪੋਜੈਸਿਵ ਐਡਜੈਕਟਿਵ ਦੇਖਣਾ ਮਤਲਬ ਕਿ ਉਹ ਐਡਜੈਕਟਿਵ ਜਿਹਦੇ ਵਿੱਚ ਪੋਜੈਸ਼ਨ ਸ਼ੋ ਹੋ ਰਿਹਾ, ਕੋਈ ਆਪਦਾ ਹੱਕ ਜਿਹਦੇ ਵਿੱਚ ਸ਼ੋ ਕਰਦਾ। ਜਿਵੇਂ ਦੇਖੋ ਯੋਰ ਪੈਨ ਇਜ਼ ਬਿਊਟੀਫੁਲ ਹੈ ਨਾ। ਹੁਣ ਯੋਰ ਕੀ ਆ ਗਿਆ ਆਪਣੇ ਕੋਲੇ ਪੋਜੈਸਿਵ ਐਡਜੈਕਟਿਵ ਐਂਡ ਪੈਨ ਕੀ ਆ ਗਿਆ ਆਪਣੇ ਕੋਲੇ ਨਾਊਨ। ਸੋ ਇੱਥੇ ਸ਼ੋ ਹੋ ਗਿਆ ਨਾ ਕਿ ਯੋਰ ਕੀ ਹੋ ਗਿਆ ਮਤਲਬ ਕਿ ਸਿਰਫ ਤੁਹਾਡਾ। ਸੋ ਇਹ ਕੀ ਕਰ ਰਿਹਾ ਇੱਕ ਪੋਜੈਸ਼ਨ ਨੂੰ ਸ਼ੋ ਕਰ ਰਿਹਾ ਵਾ। ਪੈਨ ਕੀ ਆ ਗਿਆ ਆਪਣੇ ਕੋਲੇ ਨਾਊਨ ਆ ਗਿਆ। ਫਿਰ ਸੈਕਿੰਡ ਐਗਜ਼ਾਮਪਲ ਦੇਖੋ ਦੇਅਰ ਮਦਰ ਇਜ਼ ਅ ਟੀਚਰ। ਦੇਅਰ ਕੀ ਆ ਗਿਆ ਹੁਣ ਆਪਣੇ ਕੋਲੇ ਪੋਜੈਸਿਵ ਐਡਜੈਕਟਿਵ ਕਿ ਕਿੰਨਾਂ ਦੀ ਦੇਅਰ ਉਹਨਾਂ ਦੀ। ਮਦਰ ਕੀ ਆ ਗਿਆ ਆਪਣੇ ਕੋਲੇ ਨਾਊਨ, ਠੀਕ ਹੈ। ਫਿਰ ਥਰਡ ਐਗਜ਼ਾਮਪਲ ਦੇਖੋ ਹਿਜ਼ ਡੌਗ ਇਜ਼ ਕਿਊਟ। ਹੁਣ ਹਿਜ਼ ਕੀ ਆ ਗਿਆ ਆਪਣੇ ਕੋਲੇ ਰਾਜੇ ਪੋਜੈਸਿਵ ਐਡਜੈਕਟਿਵ ਮਤਲਬ ਕਿ ਉਸ ਦਾ, ਠੀਕ ਹੈ। ਡੌਗ ਕੀ ਆ ਗਿਆ ਆਪਣੇ ਕੋਲੇ ਨਾਊਨ। ਸੋ ਇਹ ਤਿੰਨੇ ਐਗਜ਼ਾਮਪਲਸ ਦੇ ਵਿੱਚ ਵੀ ਹੈਵ ਯੂਜ਼ਡ ਪੋਜੈਸਿਵ ਐਡਜੈਕਟਿਵ ਬਿਫੋਰ ਦੀ ਨਾਊਨ। ਸੋ ਹੁਣ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋਇਆ ਹੋਊਗਾ ਕਿ ਦੋ ਤਰ੍ਹਾਂ ਦੇ ਪੋਜੈਸ਼ਨ ਹੁੰਦੇ ਆ। ਇੱਕ ਵਾਰ ਦੁਬਾਰਾ ਕਰ ਲੈਂਦੇ ਆ। ਇੱਕ ਹੁੰਦਾ ਪੋਜੈਸਿਵ ਐਡਜੈਕਟਿਵਸ, ਇੱਕ ਹੁੰਦਾ ਪੋਜੈਸਿਵ ਪ੍ਰੋਨਾਊਨਸ। ਜਿਹੜਾ ਕਹਿੰਦੇ ਪੋਜੈਸਿਵ ਐਡਜੈਕਟਿਵ ਹੁੰਦਾ ਵਾ ਉਹ ਹਮੇਸ਼ਾ ਨਾਊਨ ਤੋਂ ਪਹਿਲਾਂ ਯੂਜ਼ ਹੋਊਗਾ, ਜਿਵੇਂ ਯੋਰ ਪੈਨ, ਦੇਅਰ ਮਦਰ, ਹਿਜ਼ ਡੌਗ। ਤੇ ਜਿਹੜਾ ਕਹਿੰਦੇ ਸੈਕੰਡ ਕੈਟੇਗਰੀ ਆ ਜਿਹਦਾ ਨਾਮ ਹੈ ਪੋਜੈਸਿਵ ਪ੍ਰੋਨਾਊਨ, ਉਹ ਹਮੇਸ਼ਾ ਨਾਊਨ ਤੋਂ ਬਾਅਦ ਦੇ ਵਿੱਚ ਯੂਜ਼ ਹੁੰਦਾ, ਜਿਵੇਂ ਕਿ ਕਾਰ ਇਜ਼ ਮਾਈਨ, dog is theirs, house is ours. All right, next type ਕਰਦੇ ਹਾਂ third type which is called demonstratives or demonstrative determiners. ਹੁਣ demonstrative ਕੀ ਹੁੰਦਾ ਕਿ ਜਿਹੜੇ show ਕਰਦੇ ਆ demonstrate ਕਰਦੇ ਆ determiners, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ demonstrative determiners. ਦੇਖੋ ਕਿਹੜੇ ਕਿਹੜੇ ਹੁੰਦੇ ਆ ਇਹ। these are of 4 types, 4 ਤਰ੍ਹਾਂ ਦੇ ਹੁੰਦੇ ਆ ਇਹ demonstrative determiners. ਪਹਿਲਾ ਆ ਗਿਆ this, second ਆ ਗਿਆ that, third ਆ ਗਿਆ these, fourth ਆ ਗਿਆ those. So this, that, these are the 4 words which are called demonstrative determiners. देखो we use this, that, these, those before noun we are talking about. ਕਹਿੰਦੇ ਜਿਹੜੇ ਆਪਾਂ ਇਹ 4 ਡਿਟਰਮੀਨਰ ਆ, ਜਿਹੜੇ ਕਿਹੜੇ ਡਿਟਰਮੀਨਰ ਆ ਡੈਮੋਨਸਟ੍ਰੇਟਿਵ ਡਿਟਰਮੀਨਰ ਆ, ਇਹ ਆਪਾਂ ਕਦੋਂ ਯੂਜ਼ ਕਰਦੇ ਹਾਂ ਬਿਫੋਰ ਦੀ ਨਾਊਨ ਕਿ ਨਾਊਨ ਤੋਂ ਪਹਿਲਾਂ ਵੀ ਆਰ ਟਾਕਿੰਗ ਅਬਾਊਟ। ਜਿਹੜੇ ਨਾਊਨ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਪਹਿਲਾਂ ਹਮੇਸ਼ਾ ਆਪਾਂ ਕੀ ਯੂਜ਼ ਕਰਦੇ ਹਾਂ ਡੈਮੋਨਸਟ੍ਰੇਟਿਵ ਡਿਟਰਮੀਨਰ। ਮਤਲਬ ਕਿ ਜਿੱਥੇ ਕਿਤੇ ਦਿਸ, ਦੈਟ, ਦੀਸ, ਦੂਸ ਲੱਗਿਆ ਹੋਇਆ ਉਸ ਤੋਂ ਬਾਅਦ ਵਾਲਾ ਸ਼ਬਦ ਕੀ ਹੋਊਗਾ ਨਾਊਨ, ਠੀਕ ਹੈ। ਦੀ ਸਟਰਕਚਰ ਆਫ ਡੈਮੋਨਸਟ੍ਰੇਟਿਵ ਡਿਟਰਮੀਨਰ। ਹੁਣ ਆਪਾਂ ਇਹਦਾ ਇੱਕ ਸਟਰਕਚਰ ਦੇਖ ਲਈਏ ਕਿ ਕੀ ਸਟਰਕਚਰ ਇਹਦੇ ਵਿੱਚ ਫੋਲੋ ਹੁੰਦਾ ਹੈ। ਪਹਿਲਾਂ ਕੀ ਆਊਗਾ ਰਾਜੇ, ਜਾਂ ਤਾਂ ਦਿਸ ਆਊਗਾ, ਜਾਂ ਦੈਟ ਲੱਗਿਆ ਹੋਊਗਾ, ਜਾਂ ਦੀਜ਼ ਲੱਗਿਆ ਹੋਊਗਾ, ਜਾਂ ਦੂਸ ਲੱਗਿਆ ਹੋਊਗਾ। ਇਹ ਚਾਰੇ ਸ਼ਬਦਾਂ ਦੇ ਵਿੱਚੋਂ ਕੋਈ ਇੱਕ ਡੈਮੋਨਸਟ੍ਰੇਟਿਵ ਡਿਟਰਮੀਨਰ ਸੈਂਟੈਂਸ ਵਿੱਚ ਲੱਗਿਆ ਹੋਊਗਾ, ਪਲੱਸ ਫਿਰ ਕੀ ਲੱਗੂਗਾ ਨਾਊਨ। ਸੋ ਮਤਲਬ ਕਿ ਇਹ ਕੀ ਆ ਨਾਊਨ ਤੋਂ ਪਹਿਲਾਂ ਆਉਣਗੇ।
हुण एग्जाम्पल देखिए आप, आई लाइक दिस फिल्म, ठीक है, आई की आ गया लाइक दिस फिल्म। हुण लाइक की आ गया अपने को एक तरीके नाल, ये तो वर्ब आ गई ना जिन्होंने आप कह दें मेन वर्ब। हुण दिस की आ गया अपने को डेमोनस्ट्रेटिव डिटरमिनर एंड फिल्म की आ गया अपने को नाउन। सो ये तो तुहानू की क्लीयर होया कि जिहड़ा दिस की आ अपने को डिटरमिनर आ, किहड़ा डिटरमिनर आ, डेमोनस्ट्रेटिव डिटरमिनर आ, और नाउन मतलब कि फिल्म तो पहला यूज़ होया इस सेंटेंस दे विच। देखो दिस मॉडिफाइज द नाउन फिल्म, कहते जिहड़ा दिस डिटरमिनर आ उन्हें फिल्म जिहड़ा नाउन आ उन्होंने मॉडिफाई किया, चेंज किया किवें। इट टेल्स अस दैट द फिल्म इज़ क्लोज टू द स्पीकर, कहते ये दसदा वा कि जिहड़ी फिल्म आ क्लोज टू द स्पीकर है, तां करके वो स्पीकर की कहंदा वा आई लाइक दिस फिल्म, आई लाइक दिस मूवी, आई लाइक दिस चाइल्ड। ओके फिर क्या आ गया, दे आर ऑल्सो कॉल्ड डेमोनस्ट्रेटिव एडजैक्टिव्स, कहते इन्हों आप डेमोनस्ट्रेटिव एडजैक्टिव्स भी कह दिंने आ। डेमोनस्ट्रेटिव डिटरमिनर इक्वल टू डेमोनस्ट्रेटिव एडजैक्टिव्स, दीज वर्ड्स टेल अस वैदर एन ऑब्जेक्ट इज़ क्लोज टू अस और फार अवे। कहते जिहड़े दिस दैट दीज दूज आ, ये चार शब्द है, ये सानू की दसदे आ वैदर एन ऑब्जेक्ट, की जिहड़ा एक ऑब्जेक्ट आ, कोई चीज़ आ, चाहे वो पर्सन आ, चाहे वो कोई थिंग आ, वो अपने क्लोज आ, नेड़े आ, या फिर अपने तो दूर आ, वो चीज़ दस, दो चीज़ें ही दस दिया है, एक नेड़े, दूसरा की आ गया दूर, क्लोज एंड फार अवे। ठीक है, दो चीज़ें दसण दे लई ये चारे जिहड़े वर्ड आ यूज़ होंदे आ। पहला देखते हैं डिस्टेंस। ओके पहला डिस्टेंस की हो गया, दूरी। इफ़ वन इज़ टॉकिंग अबाउट समथिंग क्लोज टू वन यूज़ दिस एंड दिस, कहते अगर कोई गल कर रहा वा दसन दे बारे कि कोई चीज़ किसी व्यक्ति दे क्लोज आ, नेड़े आ, तां आपां किहड़े वर्ड यूज़ करने आ, आपां दो शब्द यूज़ करने आ, वो दो शब्द हैगे आ दिस एंड दिस। फॉर एग्जाम्पल दिस बुक इज़ माइन, आर दिस शूज़ योर्स। हुण दिस की आ गया, दिस बुक दिस इज़ सॉरी दिस इज़ माई बुक, ये हो गया सेंटेंस तुहाडा। हुण इहदे विच दिस की शो कर रहा वा कि जिहड़ी बुक आ वो परसन दे बहुत ज़्यादा क्लोज आ, है ना। एंड आर दीज शूज़ योर्स, हुण इहदे विच की शो कर रहा वा दीज कि जिहड़े ये शू आ वो किहदे क्लोज आ, एक परसन दे क्लोज आ। ਜਦੋਂ ਕਹਿੰਦੇ ਆਪਾਂ ਨੇੜੇ ਬਾਰੇ ਦੱਸਣਾ ਵਾ, ਕਲੋਜ਼ ਬਾਰੇ ਦੱਸਣਾ, ਉਦੋਂ ਆਪਾਂ ਦੋ ਸ਼ਬਦ ਯੂਜ਼ ਕਰਨੇ ਆ ਚਾਰ ਦੇ ਵਿੱਚੋਂ। ਉਹ ਕਿਹੜੇ ਕਿਹੜੇ ਆ, ਦਿਸ ਐਂਡ ਦੀਸ। फिर देखते हैं आप हुण बी कैटेगरी। इफ़ यू आर टॉकिंग अबाउट समथिंग फारदर अवे यूज़ दैट एंड दीज, कहते अगर तुसी गल कर रहे हो किसी चीज़ के बारे जिहड़ी तुहाडे तो बहुत दूर आ, ਜਾਂ ਤੁਸੀਂ ਕਿਸੇ ਦੂਰ ਦੇ ਪਰਸਨ ਬਾਰੇ ਦੱਸਣਾ, ਜਾਂ ਤੁਸੀਂ ਕੀ ਆ ਕਿਸੇ ਦੂਰ ਦੀ ਚੀਜ਼ ਦੇ ਬਾਰੇ ਦੱਸਣਾ, ਤਾਂ ਆਪਾਂ ਕਿਹੜੇ ਡਿਟਰਮੀਨਰ ਯੂਜ਼ ਕਰਦੇ ਹਾਂ ਰਾਜੇ, दैट एंड दोज। ओके दैट एंड दोज। एग्जाम्पल देखो, दैट इज़ माई स्कूल, कि वो स्कूल मेरा है। हुण जिहड़ा स्कूल आ वो किसी ना किसी स्ट्रीट दे विच है, नेड़े तो नहीं हैगा कि अपने घर दे कोले। आपां की कहता कि दैट इज़ माई स्कूल, कि वो स्कूल मेरा है। एक ही शो कर रहा वा कि जिहड़ा स्कूल आ वो दूर आ, ठीक है। एंड ही लाइक्स दोज पेंटिंग्स, तो उसनूं वो पेंटिंग्स पसंद हैं, मतलब नेड़े तो नहीं हैगियां पेंटिंग्स, की है बहुत दूर आ। सो जो नेड़े बारे दसना उदों दिस एंड दीज, जो दूर दे बारे दसना वा उदों दैट एंड दोज। ये डिटरमिनर्स आपां की करने आ, यूज़ करने आ। फॉर स्मॉल ऑब्जेक्ट्स और पीपल यूज़ दिस दीज, एंड इफ़ दे आर क्लोज इनफ टू यू टू टच यूज़ दैट एंड दीज इफ़ यू कैन पॉइंट टू द ऑब्जेक्ट और पर्सन। सेम चीज़ दसी है कि अगर तो नेड़े आ तो दिस दीज यूज़ करना वा, अगर दूर आ तो दैट ते दोज यूज़ करना वा उस ऑब्जेक्ट नूं जां फिर उस थिंग नूं जां फिर उस पर्सन नूं की करने दे लई, पॉइंट आउट करने दे लई। ऑल राइट, फिर देखते हैं डिस्टेंस इज़ नॉट जस्ट फिजिकल डिस्टेंस। कहते डिस्टेंस मतलब ये नहीं है कि सिर्फ फिजिकल डिस्टेंस हो गया अपने विच। वी कैन यूज़ दिस दैट दीज दोज टू शो डिस्टेंस इन टाइम। जो आप टाइम दे विच भी डिस्टेंस बारे दसना वा उदों भी आप ये यूज़ करते, जिमें वी लाइक दिस मूवी, वी लाइक दिस मूवी। देखो दिस की आ गया अपने को डिटरमिनर, मूवी की आ गया अपने को नाउन, है ना। देखो ध्यान नाल पढ़ो, वी आर वॉचिंग द फिल्म नाउ, इसका मतलब की है कि आप जी फिल्म हुण देख रहे हैं। वी लाइक दिस मूवी, इट इज़ क्लोज इन टाइम सो वी यूज़ दिस, कि आप हुणे मूवी देख रहे हैं तां करके आप की यूज़ किया वा दिस, मतलब कि हुण दे टाइम दे विच, प्रेजेंट मोमेंट दे विच। फिर आप सैकेंड एग्जाम्पल चैक करते हैं, आई लाइकड दैट मूवी। हुण आई लाइकड दैट मूवी, दैट की आ गया दूर। देखो आई वॉच्ड द फिल्म लास्ट वीक, मतलब कि जिहड़ी मैं फिल्म आ वो मैं हुणे नहीं देख रहा, जो आप दैट लगाता मतलब कि ये फिल्म मैं पहला देख चुकिया हाँ, तां करके आप की शो करता इत्थे दैट लगाता। सो जिहड़ा दिस दैट आ वो सिर्फ ये नहीं हैगा फिजिकल डिस्टेंस के लिए यूज़ हुंदा कि एक घर तो दूसरा घर कितना दूर आ, उहदे लई ही नहीं यूज़ हुंदा। जो आप टाइम दे विच भी गैप शो करना होवे कि दिस किहदे लई आ, प्रेजेंट दिस ते दीज प्रेजेंट मूवमेंट लई आ, दैट एंड दूज की आ जिहड़ा पास्ट दे विच मूवमेंट चल रहा सी उहदे लई आ। ऑल राइट,
ਨੈਕਸਟ ਹੈ ਰਾਜੇ ਸਮ ਮੋਰ ਐਗਜ਼ਾਮਪਲਸ, ਕੁਝ ਹੋਰ ਐਗਜ਼ਾਮਪਲਸ ਆਪਾਂ ਇਹਦੀਆਂ ਕਰ ਲੈਂਦੇ ਹਾਂ। ਦਿਸ ਬॉयਜ਼ ਰਨਸ ਵੈਰੀ ਫਾਸਟ, ਦਿਸ ਕੀ ਹੋ ਗਿਆ ਕਿ ਇਹ ਲੜਕਾ ਬਹੁਤ ਤੇਜ਼ ਦੌੜਦਾ ਹੈ। ਦੂਜ਼ ਗਰਲਸ ਆਰ ਬਿਊਟੀਫੁਲ, ਦੂਜ਼ ਕੀ ਹੋ ਗਿਆ ਕਿ ਲੜਕੀਆਂ ਕੀ ਆ ਦੂਰ ਆ, ਆਪਾਂ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਕਿ ਉਹ ਲੜਕੀਆਂ ਬਹੁਤ ਬਿਊਟੀਫੁਲ ਹਨ, ਠੀਕ ਹੈ। ਦੈਟ ਬਿਲਡਿੰਗ ਇਜ਼ ਵੈਰੀ ਓਲਡ, ਹੁਣ ਜਿਹੜੀ ਬਿਲਡਿੰਗ ਆ ਉਹ ਨੇੜੇ ਵੀ ਨਹੀਂ ਹੈਗੀ, ਉਹ ਬਿਲਡਿੰਗ ਕੀ ਆ ਬਹੁਤ ਦੂਰ ਆ, ਆਪਾਂ ਕੀ ਆ ਬਿਲਡਿੰਗ ਨੂੰ ਪੁਆਇੰਟ ਆਊਟ ਕਰ ਰਹੇ ਹਾਂ ਕਿ ਜਿਹੜੀ ਉਹ ਬਿਲਡਿੰਗ ਆ ਉਹ ਬਹੁਤ ਕੀ ਆ ਪੁਰਾਣੀ ਆ। ਦੂਜ਼ ਹਾਊਸਿਸ ਆਰ ਨਿਊਲੀ ਕੰਸਟਰਕਟਿਡ, ਹੁਣ ਇੱਥੇ ਵੀ ਕੀ ਆ ਦੂਜ਼ ਯੂਜ਼ ਕੀਤਾ, ਮਤਲਬ ਕਿ ਜਿਹੜੇ ਉਹ ਹਾਊਸਿਸ ਆ ਜਿਹੜੇ ਆਪਣੇ ਤੋਂ ਦੂਰ ਆ ਉਹ ਕੀ ਆ ਨਵੇਂ ਬਣੇ ਆ। ਆਲ ਰਾਈਟ, ਸੋ ਦਿਸ ਦੈਟ ਦੀਜ਼ ਦੂਜ਼ ਦੀਜ਼ ਵਰ ਸਮ ਡੈਮੋਨਸਟ੍ਰੇਟਿਵ ਕੀ ਆ ਡਿਟਰਮੀਨਰਸ, ਅਤੇ ਇਸ ਤੋਂ ਪਹਿਲਾਂ ਆਪਾਂ ਕੀ ਕੀਤਾ ਸੀਗਾ ਪੋਜੈਸਿਵ ਡਿਟਰਮੀਨਰਸ। ਆਲ ਰਾਈਟ, ਸੋ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਰੀਡ ਕਰ ਲਿਓ, ਅਤੇ ਰੀਡ ਕਰਕੇ ਇਹਨੂੰ ਆਪਦੇ ਜਿਹੜੀਆਂ ਫੇਅਰ ਨੋਟਬੁੱਕਸ ਆ ਰਾਜੇ ਉਹਦੇ ਉੱਪਰ ਤੁਸੀਂ ਨੋਟ ਕਰਨਾ ਵਾ। ਚਾਹੇ ਤੁਹਾਡੇ ਕੋਲ ਗ੍ਰਾਮਰ ਹੈਗੀ ਹੈ, ਚਾਹੇ ਤੁਹਾਡੇ ਕੋਲ ਗ੍ਰਾਮਰ ਨਹੀਂ ਹੈ, ਇਹ ਚੀਜ਼ਾਂ ਤੁਸੀਂ ਆਪਦੀ ਫੇਅਰ ਨੋਟਬੁੱਕਸ ਦੇ ਉੱਪਰ ਕੀ ਆ ਡੇਲੀ ਬੇਸਿਸ ਦੇ ਉੱਪਰ ਨੋਟ ਡਾਊਨ ਕਰਨੀਆਂ ਨੇ। ਆਲ ਰਾਈਟ, ਗੋਡ ਬਲੈਸ ਯੂ ਬੇਟਾ।